Hello dear students, welcome back to my YouTube channel. So let's discuss next topic of unit 7th. So 7th unit ਦੇ ਬੱਚੇ last chapter ਹੈ ਸਾਡਾ chapter number 11. So ਉਹਦਾ topic ਅਸੀਂ discuss ਕਰਨ ਜਾ ਰਹੇ ਹਾਂ. ਸਭ ਤੋਂ ਪਹਿਲਾਂ ਅਸੀਂ ਛੋਟੀ definitions discuss ਕਰਾਂਗੇ. Specific heat capacity of gas. ਹੁਣ specific heat capacity of gas ਕੀ ਚੀਜ਼ ਆ? Specific heat capacity of a substance is defined as the amount of heat required to rise the temperature of a unit mass of a substance through a 1 degree centigrade. ਕਹਿੰਦੇ ਕਿਸੇ ਵੀ ਸਬਸਟੈਂਸ ਦੀ ਕੋਈ ਵੀ ਸਪੈਸੀਫਿਕ ਹੀਟ ਕਪੈਸਿਟੀ ਅਸੀਂ ਕਦੋਂ ਬੋਲਾਂਗੇ? ਜਦੋਂ ਅਸੀਂ ਅਮਾਊਂਟ ਆਫ ਹੀਟ ਜਿਹੜੀ ਆ ਰਾਈਜ਼ ਕੀਤੀ. ਰਾਈਜ਼ ਮੀਨਸ ਜਦੋਂ ਅਸੀਂ ਕੋਈ ਟੈਂਪਰੇਚਰ ਇਨਕਰੀਜ਼ ਕੀਤਾ. ਠੀਕ ਹੈ ਜੀ, ਟੈਂਪਰੇਚਰ ਇਨਕਰੀਜ਼ ਕੀਤਾ. ਯੂਨਿਟ ਮਾਸ ਆਫ ਅ ਸਬਸਟੈਂਸ, ਉਸ ਸਬਸਟੈਂਸ ਦਾ ਯੂਨਿਟ ਮਾਸ ਮੀਨਸ 1 kg ਮਾਸ, 1 ਗ੍ਰਾਮ ਮਾਸ, ਕੋਈ ਪਰਟੀਕੂਲਰ ਇੱਕ ਜਿਹੜਾ ਹੁੰਦਾ ਆ ਅਮਾਊਂਟ ਹੈ 1 kg ਅਮਾਊਂਟ ਆਫ ਜਿਹੜਾ ਸਬਸਟੈਂਸ ਨੂੰ ਅਸੀਂ ਹੀਟ ਅਪ ਕੀਤਾ, ਉਹਦਾ ਜਿਹੜਾ ਟੈਂਪਰੇਚਰ ਰਾਈਜ਼ ਕੀਤਾ. ਕਿੰਨਾ ਟੈਂਪਰੇਚਰ ਦਿੱਤਾ? 1 ਡਿਗਰੀ ਸੈਂਟੀਗ੍ਰੇਡ. ਸੋ 1 ਡਿਗਰੀ ਸੈਂਟੀਗ੍ਰੇਡ ਜਦੋਂ ਅਸੀਂ ਕਿਸੇ ਸਬਸਟੈਂਸ ਨੂੰ ਹੀਟ ਅਪ ਕੀਤਾ, ਉਹਦਾ ਟੈਂਪਰੇਚਰ ਇਨਕਰੀਜ਼ ਕੀਤਾ, ਉਸ ਟੈਂਪਰੇਚਰ ਨੂੰ ਅਸੀਂ ਸਪੈਸੀਫਿਕ ਹੀਟ ਕਪੈਸਿਟੀ ਬੋਲ ਦਿੰਦੇ ਹਾਂ. ਕਲੀਅਰ ਹੋ ਗਿਆ ਜੀ? ਸੋ ਸਪੈਸੀਫਿਕ ਹੀਟ ਕਪੈਸਿਟੀ ਬੇਸਿਕਲੀ ਬੱਚੇ ਦੋ ਤਰ੍ਹਾਂ ਦੀ ਆ. ਨੰਬਰ 1 ਇਜ਼ ਅ ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਵੋਲੀਅਮ ਐਂਡ ਸਪੈਸੀਫਿਕ ਹੀਟ ਕਪੈਸਿਟੀ ਐਟ ਅ ਕੌਨਸਟੈਂਟ ਪ੍ਰੈਸ਼ਰ. ਸੋ ਅਗਰ ਅਸੀਂ ਵੋਲੀਅਮ ਨੂੰ ਕੌਨਸਟੈਂਟ ਕਰ ਦਿੰਦੇ ਹਾਂ, ਅਸੀਂ ਉਸ ਕਪੈਸਿਟੀ ਨੂੰ, ਉਸ ਜੋ ਵੇਰੀਏਬਲ ਆ ਉਹਨੂੰ ਬੋਲ ਦਿੰਦੇ ਹਾਂ CV. ਜਦੋਂ ਅਸੀਂ ਬੱਚੇ ਪ੍ਰੈਸ਼ਰ ਨੂੰ ਕੌਨਸਟੈਂਟ ਕਰ ਦਿੱਤਾ, ਉਸ ਸਪੈਸੀਫਿਕ ਹੀਟ ਕਪੈਸਿਟੀ ਨੂੰ ਅਸੀਂ ਕੀ ਬੋਲ ਦਿੰਦੇ ਹਾਂ? CP. ਸੋ ਬੇਸਿਕਲੀ ਦੋ ਤਰ੍ਹਾਂ ਦੇ ਆ. ਸੋ ਦੋਨਾਂ ਤਰ੍ਹਾਂ ਦੇ ਵਿੱਚ ਅਸੀਂ ਅਲੱਗ-ਅਲੱਗ ਪੜਾਂਗੇ ਕਿ ਕੀ ਚੀਜ਼ ਆ, ਔਰ ਲਾਸਟ ਵਿੱਚ ਦੋਨਾਂ ਦਾ ਰਿਲੇਸ਼ਨ ਵੀ ਅਸੀਂ ਸਿੱਖਾਂਗੇ. ਸੋ ਦੇਖੋ, ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਵੋਲੀਅਮ. ਹੁਣ ਕੀ ਕੀਤਾ ਅਸੀਂ? ਵੋਲੀਅਮ ਕੌਨਸਟੈਂਟ ਕਰ ਦਿੱਤਾ. ਮੰਨ ਲਓ ਬੱਚੇ ਇਸ ਤਰ੍ਹਾਂ ਦਾ ਇੱਕ ਬੀਕਰ ਲੈ ਲਓ. ਠੀਕ ਹੈ, ਇੱਥੇ ਲਗਾਤਾ ਸੀ ਪਿਸਟਨ ਅਸੀਂ ਫਿਕਸ ਕਰ ਦਿੱਤਾ. ਇਹਦਾ ਮਤਲਬ ਪਿਸਟਨ ਮੂਵ ਨਹੀਂ ਕਰ ਰਿਹਾ. ਸੋ ਵੋਲੀਅਮ ਤਾਂ ਹੀ ਜੋ ਇਹਦੇ ਵਿੱਚ ਗੈਸ ਦੇ ਛੋਟੇ ਮੋਲੀਕਿਊਲਸ ਆ, ਅਸੀਂ ਕੀ ਕਰ ਦਿੱਤਾ? ਵੋਲੀਅਮ ਫਿਕਸ ਕਰ ਦਿੱਤਾ. ਐਜ਼ ਦ ਅਮਾਊਂਟ ਆਫ ਹੀਟ ਰਾਈਜ਼ required to rise the temperature of a 1 gram of gas through 1 degree centigrade keeping volume of the gas constant. ਹੁਣ ਅਸੀਂ ਕੀ ਕੀਤਾ ਬੱਚੇ? ਪਿਸਟਨ ਨੂੰ ਫਿਕਸ ਕਰ ਦਿੱਤਾ. ਪਿਸਟਨ ਜਿਹੜਾ ਆ ਤੁਹਾਡਾ ਮੂਵ ਨਹੀਂ ਕਰ ਰਿਹਾ, ਔਰ ਅਸੀਂ ਇਸ ਗੈਸ ਮੋਲੀਕਿਊਲਸ ਨੂੰ, ਜਿਹੜਾ 1 ਗ੍ਰਾਮ ਗੈਸ ਹੈ, ਉਹਨੂੰ ਅਸੀਂ ਕੀ ਕੀਤਾ? ਹੀਟ ਅਪ ਕਰਨਾ ਸਟਾਰਟ ਕਰ ਦਿੱਤਾ 1 ਡਿਗਰੀ ਸੈਂਟੀਗ੍ਰੇਡ ਦੇ ਉੱਪਰ. ਜੋ ਵੀ ਜਿਹੜੀ ਆ ਹੀਟ ਕਪੈਸਿਟੀ ਜਿਹੜੀ ਆ ਇਨਕਰੀਜ਼ ਹੋਈ, ਜੋ ਵੀ ਇਹਦੇ ਅੰਦਰ ਕੰਮ ਹੋਇਆ, ਜਿਹੜਾ ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ? ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਵੋਲੀਅਮ. ਹੁਣ ਅਸੀਂ ਵੋਲੀਅਮ ਕੌਨਸਟੈਂਟ ਕਰ ਦਿੱਤਾ, ਮਤਲਬ ਇੰਨਾ ਸਾਨੂੰ ਪਤਾ ਬੱਚੇ ਕਿ ਗੈਸ ਨੂੰ ਅਗਰ ਅਸੀਂ ਗਰਮ ਕਰਾਂਗੇ, ਜਿਹੜੇ ਉਹਦੇ ਮੋਲੀਕਿਊਲਸ ਆ ਦੂਰ ਚਲੇ ਜਾਣਗੇ, ਐਕਸਪੈਂਡ ਕਰ ਜਾਣਗੇ. ਅਗਰ ਐਕਸਪੈਂਡ ਕਰ ਰਹੇ ਆ, ਡੈਫੀਨੇਟਲੀ ਵੋਲੀਅਮ ਇਨਕਰੀਜ਼ ਹੋਣਾ ਸੀ, ਬਟ ਅਸੀਂ ਵੋਲੀਅਮ ਨੂੰ ਕੀ ਕਰ ਦਿੱਤਾ? ਫਿਕਸ ਕਰ ਦਿੱਤਾ. ਵੋਲੀਅਮ ਅਸੀਂ ਚੇਂਜ ਨਹੀਂ ਕਰ ਰਹੇ, ਵੋਲੀਅਮ ਕੌਨਸਟੈਂਟ ਕਰ ਦਿੱਤਾ. ਵੋਲੀਅਮ ਕੌਨਸਟੈਂਟ ਕਰਕੇ ਦੈਨ ਟੈਂਪਰੇਚਰ ਰਾਈਜ਼ ਕੀਤਾ 1 ਡਿਗਰੀ ਸੈਂਟੀਗ੍ਰੇਡ 'ਤੇ. ਉਸ ਟੈਂਪਰੇਚਰ ਨੂੰ ਜਾਂ ਉਸ ਕੰਡੀਸ਼ਨ ਨੂੰ ਅਸੀਂ ਕਹਿ ਤਾ ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਵੋਲੀਅਮ. ਡਨ. ਹੁਣ ਸੈਕਿੰਡ ਟਾਈਪ ਆ ਜਾਓ, ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਪ੍ਰੈਸ਼ਰ. ਹੁਣ ਜਦੋਂ ਅਸੀਂ ਪ੍ਰੈਸ਼ਰ ਨੂੰ ਕੌਨਸਟੈਂਟ ਕਰ ਦਿੱਤਾ, specific heat capacity at constant pressure is defined as the amount of heat required to rise the temperature of a 1 gram through 1 degree centigrade keeping its pressure constant. ਹੁਣ ਅਸੀਂ ਕੀ ਆ? ਉਹਨੂੰ ਪ੍ਰੈਸ਼ਰ ਜਿਹੜਾ ਆ ਕੌਨਸਟੈਂਟ ਕਰਤਾ. ਉੱਪਰੋਂ ਜਿਹੜਾ ਪ੍ਰੈਸ਼ਰ ਅਸੀਂ ਦੇ ਰਹੇ ਸੀ ਜਾਂ ਅਸੀਂ ਹੀਟ ਦੇ ਰਹੇ ਸੀ, ਉਹ ਅਸੀਂ ਕੌਨਸਟੈਂਟ ਕਰ ਦਿੱਤੀ. ਪ੍ਰੈਸ਼ਰ ਕੌਨਸਟੈਂਟ ਕਰਨ ਤੋਂ ਬਾਅਦ ਜਿੰਨਾ ਵੀ ਅਮਾਊਂਟ ਆਫ ਹੀਟ ਜਿਹੜਾ ਆ ਇਨਕਰੀਜ਼ ਹੋਇਆ, ਰਾਈਜ਼ ਹੋਇਆ, ਉਸ ਕੰਡੀਸ਼ਨ ਨੂੰ ਅਸੀਂ ਬੋਲ ਦਾਂਗੇ ਸਪੈਸੀਫਿਕ ਹੀਟ ਕਪੈਸਿਟੀ ਐਟ ਕੌਨਸਟੈਂਟ ਪ੍ਰੈਸ਼ਰ. ਡਨ. ਸੋ ਇਹ ਦੋ ਅਲੱਗ-ਅਲੱਗ ਡੈਫੀਨੇਸ਼ਨਸ ਆ. ਹੋ ਸਕਦਾ ਐਗਜ਼ਾਮ ਦੇ ਵਿੱਚ ਬੱਚੇ ਤੁਹਾਨੂੰ ਡੈਫੀਨੇਸ਼ਨਸ ਜਿਹੜੀਆਂ ਪੁੱਛ ਲੀਆਂ ਜਾਣ. ਦੈਨ ਮੋਸਟ ਇੰਪੋਰਟੈਂਟ ਹੈ ਰਾਜੇ, ਫਾਈਂਡ ਦ ਰਿਲੇਸ਼ਨਸ਼ਿਪ ਬਿਟਵੀਨ CP ਐਂਡ CV. ਸੋ ਰਿਲੇਸ਼ਨਸ਼ਿਪ ਅਸੀਂ ਕਰਨਾ ਆ. ਲੈਟ ਅਸ ਕੰਸੀਡਰ 1 ਮੋਲ ਆਫ ਐਨ ਆਈਡੀਅਲ ਗੈਸ. ਸਭ ਤੋਂ ਪਹਿਲਾਂ ਕੀ ਕੀਤਾ? 1 ਮੋਲ ਜਿਹੜੀ ਆ ਆਈਡੀਅਲ ਗੈਸ ਕੰਸੀਡਰ ਕਰਾਂਗੇ ਐਟ ਪ੍ਰੈਸ਼ਰ P, ਜਿਹਦਾ ਪ੍ਰੈਸ਼ਰ P ਆ, ਵੋਲੀਅਮ V ਆ, ਟੈਂਪਰੇਚਰ T ਆ. ਫਰੋਮ ਦ ਫਰਸਟ ਲਾਅ ਆਫ ਥਰਮੋਡਾਇਨਮਿਕਸ, ਜੋ ਕਿ ਅਸੀਂ 7th ਯੂਨਿਟ ਦੇ ਫਰਸਟ ਚੈਪਟਰ ਦੇ ਵਿੱਚ ਪੜ੍ਹ ਚੁੱਕੇ ਹਾਂ ਕਿ ਫਰਸਟ ਲਾਅ ਆਫ ਥਰਮੋਡਾਇਨਮਿਕਸ ਕੀ ਆ? DQ ਇਜ਼ ਇਕੁਅਲਸ ਟੂ DU ਪਲਸ DW. ਸੋ DQ ਹੈ ਕੀ ਚੀਜ਼ ਆ? DQ ਇਜ਼ ਅ ਅਮਾਊਂਟ ਆਫ ਹੀਟ ਐਨਰਜੀ. DQ ਤੁਹਾਡੀ ਹੀਟ ਐਨਰਜੀ ਹੈ ਰਿਕੁਆਇਰਡ ਟੂ ਰਾਈਜ਼ ਦ ਟੈਂਪਰੇਚਰ ਆਫ 1
ਮੋਲ ਗੈਸ, ਜਿਹੜਾ ਕਿਸੇ 1 ਮੋਲ ਗੈਸ ਦੀ ਜਿਹੜਾ ਟੈਂਪਰੇਚਰ ਨੂੰ ਰਾਈਜ਼ ਕਰ ਸਕੇ, ਦੈਟ ਇਜ਼ DQ। ਹੁਣ ਦੇਖੋ ਰਾਜੀ ਇਹਦਾ ਰਿਲੇਸ਼ਨ ਕਿੱਦਾਂ ਲਿਖਾਂਗੇ। ਸਭ ਤੋਂ ਪਹਿਲਾਂ ਦੇਖੋ DQ ਕਿਹਦੇ ਇਕੁਅਲ ਹੈ, DQ ਇਜ਼ ਇਕੁਅਲਸ ਟੂ 1 ਮਲਟੀਪਲਾਈ ਬਾਈ CP ਇੰਟੂ DT। ਹੁਣ ਕਿੰਨਾ ਅਸੀਂ ਟੈਂਪਰੇਚਰ ਰਾਈਜ਼ ਕਰ ਰਹੇ ਹਾਂ, ਜਿੰਨਾ ਅਸੀਂ ਕੌਨਸਟੈਂਟ ਵੋਲੀਅਮ ਰੱਖਿਆ। ਕੌਨਸਟੈਂਟ ਵੋਲੀਅਮ ਕਿੰਨਾ ਬੱਚੇ, CV, ਔਰ ਟੈਂਪਰੇਚਰ ਉਹਨੂੰ ਕਿੰਨਾ ਦਿੱਤਾ, DT। ਸੋ ਸਾਡੇ ਕੋਲ ਕਿੰਨਾ ਆ ਜਾਏਗਾ, CP/DT। ਸੋ ਆ ਗਿਆ ਬੱਚੇ ਤੁਹਾਡੀ ਫਸਟ ਇਕੁਏਸ਼ਨ, ਜਿਹੜੀ ਕਿ ਅਸੀਂ ਕੀ ਕੀਤਾ, ਜਦੋਂ 1 ਮੋਲ ਗੈਸ ਦੇ ਉੱਪਰ ਅਸੀਂ ਕੌਨਸਟੈਂਟ ਵੋਲੀਅਮ ਰੱਖਿਆ। ਹੁਣ ਅਗੇਨ ਲਿਖੋ ਫਰੋਮ ਦਾ ਫਸਟ ਲਾਅ ਆਫ ਥਰਮੋਡਾਇਨਮਿਕਸ ਅਸੀਂ ਕੀ ਲਿਖ ਰਹੇ ਸੀ, DQ ਇਜ਼ ਇਕੁਅਲਸ ਟੂ DU ਪਲਸ DW। ਹੁਣ ਬੱਚੇ DW ਐਕਸਟਰਨਲ ਵਰਕ, ਜਦੋਂ ਅਸੀਂ ਵੋਲੀਅਮ ਕੌਨਸਟੈਂਟ ਕਰ ਦਿੱਤਾ, ਜਦੋਂ ਵੋਲੀਅਮ ਕੌਨਸਟੈਂਟ ਹੋਏਗਾ ਤਾਂ ਕੋਈ ਵੀ ਵਰਕ ਡਨ ਨਹੀਂ ਹੋਏਗਾ। ਸੋ DW ਕਿੰਨਾ ਹੋ ਜਾਏਗਾ, 0। ਅਗਰ ਇਹਦੀ ਜਗ੍ਹਾ ਤੇ 0 ਪੁੱਟ ਕਰ ਦਿੱਤਾ ਤਾਂ DQ ਕਿਹਦੇ ਇਕੁਅਲ ਆ ਜਾਏਗਾ, DU ਦੇ। ਠੀਕ ਹੈ ਜੀ। ਸੋ ਆ ਗਈ ਬੱਚੇ ਨੈਕਸਟ ਇਕੁਏਸ਼ਨ। ਇੱਥੋਂ ਆ ਗਈ ਸਾਡੀ ਇਕੁਏਸ਼ਨ ਨੰਬਰ 3। ਠੀਕ ਹੈ ਜੀ। ਜਿੱਦਾਂ ਹੀ ਅਸੀਂ ਇੱਥੇ 0 ਪੁੱਟ ਕਰਾਂਗੇ ਸਾਡੇ ਕੋਲ ਆ ਟਰਮ ਬਚ ਜਾਏਗੀ। ਨਾਓ ਪੁੱਟ ਦਿਸ ਇਨ ਇਕੁਏਸ਼ਨ ਨੰਬਰ 1। ਸੋ ਬੱਚੇ ਫਸਟ ਇਕੁਏਸ਼ਨ ਦੇ ਵਿੱਚ ਬੱਚੇ ਇਹੀ ਇਕੁਏਸ਼ਨ ਅਸੀਂ ਪੁੱਟ ਕਰਾਂਗੇ, ਤਾਂ ਮਤਲਬ DQ ਦੀ ਜਗ੍ਹਾ ਤੇ ਅਸੀਂ ਕੀ ਪੁੱਟ ਕਰ ਸਕਦੇ ਹਾਂ, DU। ਸੋ ਅਸੀਂ ਜਿੱਦਾਂ ਹੀ DU ਪੁੱਟ ਕੀਤਾ, ਇੱਥੇ ਲਿਖ ਲੈਣਾ ਫਰੋਮ ਫਸਟ ਐਂਡ ਥਰਡ ਵੀ ਗੈਟ, ਜਾਂ ਲਿਖ ਲਓ ਪੁੱਟ ਥਰਡ ਇਨ ਇਕੁਏਸ਼ਨ ਨੰਬਰ 1। ਇਨ ਇਕੁਏਸ਼ਨ ਨੰਬਰ 1 ਜਿੱਦਾਂ ਹੀ ਇਕੁਏਸ਼ਨ ਨੰਬਰ 1 'ਚ ਪੁੱਟ ਕਰਾਂਗੇ, DU ਦੀ ਜਗ੍ਹਾ ਤੇ ਕੀ ਆ ਜਾਏਗਾ, DQ ਦੀ ਜਗ੍ਹਾ ਤੇ ਆ ਜਾਏਗਾ DU। DU ਕਿਹਦੇ ਇਕੁਅਲ ਆ ਜਾਊਗਾ, CP/DT। ਸੋ ਦਿਸ ਇਜ਼ ਆਰ ਇਕੁਏਸ਼ਨ ਨੰਬਰ 4, ਜੋ ਕਿ ਸਾਡੀ ਇੰਪੋਰਟੈਂਟ ਇਕੁਏਸ਼ਨ ਹੈ। ਸੋ ਇਹਨੂੰ ਬਾਕਸ ਦੇ ਅੰਦਰ ਵੀ ਬੰਦ ਕਰ ਸਕਦੇ ਹਾਂ, ਕਿਉਂਕਿ ਇਹ ਇੰਪੋਰਟੈਂਟ ਇਕੁਏਸ਼ਨ ਹੈ। ਇਹ ਉਹ ਵਾਲੀ ਇਕੁਏਸ਼ਨ ਆ ਗਈ ਜਦੋਂ ਬੱਚੇ ਅਸੀਂ ਹੀਟ ਦਿੱਤੀ ਔਰ ਐਟ ਕੌਨਸਟੈਂਟ ਵੋਲੀਅਮ ਦੇ ਉੱਪਰ। ਹੁਣ ਸੈਕੰਡ ਕੇਸ ਆ ਜਾਓ ਬੱਚੇ, ਇੱਥੇ ਲਿਖ ਲੈਣਾ ਕੇਸ 1, ਉੱਪਰ ਲਿਖ ਲੈਣਾ ਕੇਸ 1, ਤਾਂ ਕਿ ਤੁਹਾਨੂੰ ਈਜ਼ੀਲੀ ਕਲੀਅਰ ਹੋ ਜਾਵੇ। ਅਸੀਂ 2 ਕੇਸ ਕਰ ਰਹੇ ਹਾਂ। ਫਸਟ ਕੇਸ ਦੇ ਵਿੱਚ ਕੀ ਸੀ, ਵੈਨ ਦਾ ਹੀਟ ਇਜ਼ ਸਪਲਾਈਡ ਐਟ ਦ ਸੇਮ ਗੈਸ ਐਟ ਕੌਨਸਟੈਂਟ ਵੋਲੀਅਮ। ਸੋ ਜਿੱਦਾਂ ਬੱਚੇ ਇੱਥੇ ਲਾਈਨ ਲਿਖੀ ਹੋਈ ਆ, ਤੁਸੀਂ ਇੱਥੇ ਵੀ ਕੇਸ 1 ਦੇ ਵਿੱਚ ਵੀ ਇੱਥੇ ਲਾਈਨ ਲਿਖ ਲੈਣਾ, ਵੈਨ the heat is supplied to the same gas at constant volume ਤਾਂ ਪੂਰੀ ਇਕੁਏਸ਼ਨ ਆ ਜਾਏਗੀ। ਮਤਲਬ ਸਾਡੇ ਕੋਲ 4 ਇਕੁਏਸ਼ਨਸ ਆ ਜਾਣਗੀਆਂ ਇਹਦੇ ਅੰਦਰ। ਹੁਣ ਸੈਕੰਡ ਸਟੈਪ ਦੇਖੋ, ਸੈਕੰਡ ਸਟੈਪ ਵਿੱਚ ਕੀ ਕੀਤਾ, ਵੈਨ ਦਾ ਹੀਟ ਇਜ਼ ਸਪਲਾਈਡ ਐਟ ਦ ਸੇਮ ਗੈਸ ਐਟ ਕੌਨਸਟੈਂਟ ਪ੍ਰੈਸ਼ਰ। ਹੁਣ ਕੌਨਸਟੈਂਟ ਪ੍ਰੈਸ਼ਰ ਦੀ ਗੱਲ ਕਰ ਰਹੇ ਹਾਂ। ਸੋ ਬੱਚੇ ਸੇਮ ਜਿੱਦਾਂ ਆ ਇਕੁਏਸ਼ਨ ਲਿਖੀ ਸੀ, ਸੇਮ ਨੈਕਸਟ ਲਿਖਾਂਗੇ, DQ ਇਜ਼ ਇਕੁਅਲਸ ਟੂ 1 ਕੀ ਆ, 1 ਮੋਲ ਆਫ ਅ ਗੈਸ, CP ਕੌਨਸਟੈਂਟ ਪ੍ਰੈਸ਼ਰ ਇਨਟੂ DT। ਸੋ ਸਾਡੇ ਕੋਲ ਬੱਚੇ DQ ਦੀ ਵੈਲਿਊ ਇੱਥੋਂ ਕਿੰਨੀ ਆ ਗਈ, CP/DT। ਕਲੀਅਰ ਹੋ ਗਿਆ ਜੀ। ਸੋ ਅਗੇਨ ਬੱਚੇ ਫਸਟ ਲਾਅ ਆਫ ਥਰਮੋਡਾਇਨਮਿਕਸ, ਇੱਥੇ ਵੀ ਫਸਟ ਲਾਅ ਅਪਲਾਈ ਕੀਤਾ ਸੀ, ਇੱਥੇ ਵੀ ਫਸਟ ਲਾਅ ਆਫ ਥਰਮੋਡਾਇਨਮਿਕਸ ਅਪਲਾਈ ਕਰਨ ਲੱਗਿਆ। ਸੋ ਸਾਡੇ ਕੋਲ ਕਿੰਨਾ ਆ ਜਾਏਗਾ, DQ ਇਜ਼ ਇਕੁਅਲਸ ਟੂ DU ਪਲਸ DW। ਕੀ ਆ ਜਾਏਗਾ, DQ ਇਜ਼ ਇਕੁਅਲਸ ਟੂ DU ਪਲਸ DW। ਹੁਣ DQ ਦਾ ਆਂਸਰ ਬੱਚੇ ਅਸੀਂ ਹੁਣੇ ਸੋਲਵ ਕਰਕੇ ਹਟਿਆ, ਦੈਟ ਇਜ਼ CP/DT। ਸੋ ਅਸੀਂ ਪੁੱਟ ਕਰ ਦਿੱਤਾ CP/DT। ਜਦੋਂ ਬੱਚੇ ਵੋਲੀਅਮ ਦੀ ਗੱਲ ਹੋਈ ਸੀ, ਵੋਲੀਅਮ ਜਦੋਂ ਅਸੀਂ ਕੌਨਸਟੈਂਟ ਕਰਾਂਗੇ, ਐਕਸਟਰਨਲ ਵਰਕ ਡਨ ਜਿਹੜਾ W ਆ ਕੋਈ ਵੀ ਨਹੀਂ ਹੋਏਗਾ, ਦੈਟ ਇਜ਼ ਵਾਈ ਅਸੀਂ 0 ਪੁੱਟ ਕੀਤਾ ਸੀ। ਤਾਂ DU ਦੇ ਇਕੁਅਲ ਇੰਟਰਨਲ ਜਿਹੜੀ ਆ ਵਰਕ ਦੇ ਇਕੁਅਲ ਆ ਜਾਏਗਾ, DU ਦੇ ਇਕੁਅਲ ਆ ਗਿਆ। ਹੁਣ ਜਦੋਂ ਅਸੀਂ ਬੱਚੇ ਪ੍ਰੈਸ਼ਰ ਕੌਨਸਟੈਂਟ ਕਰ ਰਹੇ ਹਾਂ, ਇਹਦਾ ਮਤਲਬ ਤੁਹਾਡਾ DW ਅਮਾਊਂਟ ਆਫ ਹੀਟ ਉਨੀ ਹੀ ਆ ਜਾਏਗੀ ਜਿੰਨਾ ਤੁਹਾਡਾ ਵਰਕ ਕੀਤਾ ਹੋਏਗਾ, ਦੈਟ ਇਜ਼ CP/DT। ਸੋ ਅਸੀਂ ਇਸ ਕਰਕੇ ਇੱਥੇ ਪੁੱਟ ਕਰ ਦਿੱਤਾ CP/DT। ਕਲੀਅਰ ਹੋ ਗਈ ਰਾਜੇ ਇੰਨੀ ਗੱਲ। ਹੁਣ ਕੀ ਕਰਾਂਗੇ ਨੈਕਸਟ ਸਟੈਪ ਦੇ ਵਿੱਚ, ਦੇਖੋ ਬੱਚੇ CP/DT ਇਜ਼ ਇਕੁਅਲਸ ਟੂ DU। ਹੁਣ ਧਿਆਨ ਨਾਲ ਦੇਖੋ ਬੱਚੇ, ਵਰਕ ਡਨ ਕਿੰਨਾ ਲੱਗਿਆ ਇੱਥੇ। ਜਦੋਂ ਤੁਸੀਂ ਪ੍ਰੈਸ਼ਰ ਕੌਨਸਟੈਂਟ ਕੀਤਾ ਤਾਂ ਵਰਕ ਡਨ ਕਿਹਦੇ ਇਕੁਅਲ ਹੋਏਗਾ, PdV ਦੇ। ਵਰਕ ਡਨ ਕਿਹਦੇ ਇਕੁਅਲ ਹੋਏਗਾ, PdV ਦੇ। ਸੋ ਅਸੀਂ ਲਿਖ ਦਿੱਤਾ PdV। ਵਰਕ ਡਨ ਕਿਹਦੇ ਇਕੁਅਲ ਆਏਗਾ, PdV। ਸੋ ਅਸੀਂ ਪੁੱਟ ਕਰ ਦਿੱਤਾ PdV। ਨਾਓ ਵਟ ਇਜ਼ ਦ ਵੈਲਿਊ ਆਫ DU। ਬੱਚੇ DU ਦਾ ਆਂਸਰ ਕਿੰਨਾ ਆਇਆ, ਸਾਡਾ DU ਦਾ ਆਂਸਰ ਆਇਆ ਸੀ ਇਕੁਏਸ਼ਨ ਨੰਬਰ 4 ਤੋਂ। DU ਦਾ ਆਂਸਰ ਕਿੰਨਾ ਆਇਆ ਸੀ, CP/DT। ਸੋ ਅਸੀਂ ਇੱਥੇ ਲਿਖ ਰਹੇ ਹਾਂ CP/DT। ਸੋ ਪੁੱਟ ਕਰ ਦਿੱਤਾ ਦਿਸ ਇਕੁਏਸ਼ਨ। ਹੁਣ ਅਗਰ ਤੁਹਾਡੇ ਕੋਲ ਇੱਥੇ ਕੋਈ ਟਰਮ ਕੌਨਸਟੈਂਟ ਨਿਕਲ ਰਹੀ ਹੈ ਜਾਂ ਜੋ ਵੀ ਆ, ਫਰਦਰ ਆਪਾਂ ਇਹਨੂੰ ਸੋਲਵ ਕਰਾਂਗੇ। ਬਟ ਫॉर द 1 ਮੋਲ ਆਫ ਐਨ ਆਈਡੀਅਲ ਗੈਸ
CV ਕਿਹਦੇ ਇਕੁਅਲ ਹੁੰਦਾ ਆ NRT ਦੇ। ਸੋ ਅਸੀਂ ਲਿਖ ਦਿੱਤਾ CP ਇਜ਼ ਇਕੁਅਲ ਟੂ RT। ਇਹਦਾ ਮਤਲਬ ਜਿੱਦਾਂ ਬੱਚੇ PV ਆ ਰਿਹਾ PV PdV ਇਜ਼ ਇਕੁਅਲ ਟੂ R ਇਜ਼ ਅ ਕੌਨਸਟੈਂਟ। R ਦੀ ਜਗ੍ਹਾ 'ਤੇ R, T ਦੀ ਜਗ੍ਹਾ 'ਤੇ ਕੀ ਲਿਖ ਸਕਦੇ ਹਾਂ ਟਾਈਮ, ਸਮਾਲ ਟਾਈਮ, ਦੈਟ ਇਜ਼ ਟੈਂਪਰੇਚਰ, ਸੌਰੀ ਸਮਾਲ ਟੈਂਪਰੇਚਰ DT। ਸੋ ਅਸੀਂ ਇੱਥੇ ਪੁੱਟ ਕਰ ਰਹੇ ਹਾਂ DT। ਕਲੀਅਰ ਹੋ ਗਿਆ। ਇਹਦਾ ਮਤਲਬ ਇਹਦੀ ਜਗ੍ਹਾ 'ਤੇ ਅਸੀਂ ਆਹ ਟਰਮ ਜਿਹੜੀ ਆ ਲਿਖ ਸਕਦੇ ਹਾਂ। ਸੋ ਇਹਦੀ ਜਗ੍ਹਾ 'ਤੇ ਬੱਚੇ ਅਸੀਂ ਆਹ ਟਰਮ ਜਿਹੜੀ ਆ ਲਿਖ ਸਕਦੇ ਹਾਂ। ਸੋ ਸਾਡੇ ਕੋਲ ਕਿੰਨਾ ਆ ਗਿਆ CP ਇੰਟੂ DT, CV ਇੰਟੂ DT, PdV ਦੀ ਜਗ੍ਹਾ 'ਤੇ ਕੀ ਆ ਗਿਆ RDT। ਸੋ ਸਾਰਿਆਂ 'ਚੋਂ RDT ਜਿਹੜਾ ਅਸੀਂ ਕਾਮਨ ਨਿਕਾਲਤਾ, ਕੈਂਸਲ ਆਊਟ ਕਰਤਾ। ਸੋ ਫਾਈਨਲੀ ਸਾਡੇ ਕੋਲ ਕੀ ਬਚ ਗਿਆ CP ਇਜ਼ ਇਕੁਅਲ ਟੂ CV ਮਲਟੀ ਪਲਸ R। ਸੋ ਰਾਜੇ ਸਾਡੇ ਕੋਲ ਆਹ ਟਰਮ ਬਚ ਗਈ CP ਇਜ਼ ਇਕੁਅਲ ਟੂ CV ਪਲਸ R। ਹੁਣ ਇੱਥੋਂ R ਇੱਕ ਪਾਸੇ ਲਿਖ ਲਓ, V ਦੂਸਰੇ ਪਾਸੇ ਲੈ ਜਾਓ, ਆ ਜਾਏਗਾ CP ਮਾਈਨਸ CV। ਸੋ ਆ ਗਿਆ ਬੱਚੇ ਰਿਲੇਸ਼ਨਸ਼ਿਪ ਬਿਟਵੀਨ CP ਐਂਡ CV। ਕਲੀਅਰ ਹੋ ਗਿਆ ਜੀ। ਸੋ ਬੱਚੇ ਤੁਸੀਂ ਡਾਇਗਰਾਮ ਬਣਾਉਣੀ ਨਹੀਂ ਭੁੱਲਣੀ। ਡਾਇਗਰਾਮ ਦੇ ਵਿੱਚ ਲਿਖ ਦੇਣਾ ਕਿ ਜਦੋਂ ਤੁਸੀਂ ਕੌਨਸਟੈਂਟ ਵੋਲੀਅਮ ਲੈ ਰਹੇ ਆ ਤਾਂ ਇਸ ਤਰ੍ਹਾਂ ਦੀ ਹੋਏਗੀ, ਮਤਲਬ ਵੋਲੀਅਮ ਚੇਂਜ ਨਹੀਂ ਕਰ ਰਹੇ। ਜਦੋਂ ਪ੍ਰੈਸ਼ਰ ਨੂੰ ਕੌਨਸਟੈਂਟ ਕਰਾਂਗੇ ਤਾਂ ਜਿਹੜਾ ਤੁਹਾਡਾ ਪਿਸਟਨ ਆ ਉਹ ਮੂਵ ਕਰ ਸਕਦਾ, ਮਤਲਬ ਵੋਲੀਅਮ ਚੇਂਜ ਹੋ ਸਕਦਾ। ਅਗਰ ਬਾਈ ਚਾਂਸ ਤੁਸੀਂ ਡਾਇਗਰਾਮ ਬਣਾਉਣਾ ਭੁੱਲ ਵੀ ਜਾਂਦੇ ਆ ਤਾਂ ਬੱਚੇ ਇਹਦੇ ਮਾਰਕਸ ਨਹੀਂ ਕੱਟੇ ਜਾਣਗੇ। ਔਰ ਲਾਸਟ ਵਿੱਚ ਜ਼ਰੂਰ ਲਿਖ ਦੇਣਾ ਇਹਨੂੰ ਬਾਕਸ ਦੇ ਅੰਦਰ ਬੰਦ ਕਰਕੇ, ਦਿਸ ਇਜ਼ ਆਲਸੋ ਨੋਨ ਐਜ਼ ਅ ਮੇਅਰਸ ਰਿਲੇਸ਼ਨਸ਼ਿਪ। ਸੋ ਇਹ ਸੀ ਬੱਚੇ ਤੁਹਾਡਾ 3 ਮਾਰਕਸ ਦਾ ਆਰਟੀਕਲ ਵਿਚ ਇਜ਼ ਦਾ ਮੋਸਟ ਇੰਪੋਰਟੈਂਟ ਆਰਟੀਕਲ। ਬਹੁਤ ਅੱਛੇ ਤਰੀਕੇ ਨਾਲ ਇਹਨੂੰ ਪ੍ਰਿਪੇਅਰ ਕਰਨਾ। ਸੋ ਬੱਚੇ ਕਈ ਵਾਰੀ ਤੁਹਾਡੇ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ ਹੁੰਦਾ 2 ਮਾਰਕਸ ਦਾ ਕਿ ਵਾਈ CP ਇਜ਼ ਗ੍ਰੇਟਰ ਦੈਨ CV। ਹੁਣ ਦੇਖੋ, ਧਿਆਨ ਨਾਲ ਦੇਖੋ, ਇੱਥੇ ਜੋ ਰਿਲੇਸ਼ਨ ਆਇਆ ਦੈਟ ਇਜ਼ CP ਮਾਈਨਸ CV। ਸੋ ਮਤਲਬ CP ਜਿਹੜਾ ਹੈ ਡੈਫੀਨੇਟਲੀ ਗ੍ਰੇਟਰ ਹੋਏਗਾ CV ਦੇ ਨਾਲੋਂ, ਤਾਂ ਹੀ ਤੁਹਾਡਾ R ਜਿਹੜਾ ਪੋਜ਼ੀਟਿਵ 'ਚ ਆਨਸਰ ਆਏਗਾ। ਇਹਦਾ ਮਤਲਬ CP ਜਿਹੜਾ ਆ ਗ੍ਰੇਟਰ ਆ CV ਦੇ ਨਾਲੋਂ। ਪਰ ਇੱਦਾਂ ਕਿਉਂ ਆ? ਸੋ ਅਸੀਂ ਰੀਜ਼ਨ ਪੜ੍ਹਨ ਜਾ ਰਹੇ ਹਾਂ ਵੀ ਕਿਉਂ ਉਹਦੇ ਨਾਲੋਂ ਗ੍ਰੇਟਰ ਹੈ। ਇੰਪੋਰਟੈਂਟ ਕੁਐਸਚਨ ਆ ਰਾਜੀ, 2 ਮਾਰਕਸ ਦਾ ਅਲੱਗ ਤੋਂ ਇਹ ਕੁਐਸਚਨ ਆ ਜਾਂਦਾ, ਇਸ ਕਰਕੇ ਅਲੱਗ ਤੋਂ ਕੁਐਸਚਨ ਸ਼ੋ ਕਰ ਰਹੀ ਹਾਂ। ਵੈਨ ਅ ਗੈਸ ਇਜ਼ ਹੀਟਡ ਐਟ ਅ ਕੌਨਸਟੈਂਟ ਵੋਲੀਅਮ, ਜਦੋਂ ਕਹਿੰਦੇ ਵੋਲੀਅਮ ਅਸੀਂ ਕੌਨਸਟੈਂਟ ਕਰ ਦਿੱਤਾ, ਨੋ ਐਕਸਟਰਨਲ ਵਰਕ ਇਜ਼ ਅ ਡਨ। ਅਸੀਂ ਕਿਹਾ ਸੀ ਨਾ DW ਕਿਹਦੇ ਇਕੁਅਲ ਹੋ ਜਾਂਦਾ ਹੈ 0 ਦੇ, ਐਕਸਟਰਨਲ ਵਰਕ ਕੋਈ ਹੋ ਨਹੀਂ ਰਿਹਾ। ਐਂਡ ਸੋ ਦ ਹੀਟ ਇਜ਼ ਸਪਲਾਈਡ ਇਜ਼ ਕੰਜ਼ਿਊਮਡ ਓਨਲੀ ਇਨ ਇਨਕਰੀਜ਼ਿੰਗ ਦਾ ਇੰਟਰਨਲ ਐਨਰਜੀ ਆਫ ਦਾ ਗੈਸ। ਕਹਿੰਦੇ ਹੀਟ ਜਿਹੜੀ ਆ ਸਿਰਫ ਔਰ ਸਿਰਫ ਕਿਹਦੇ ਕਰਕੇ ਕੰਜ਼ਿਊਮ ਹੋ ਰਹੀ ਹੈ, ਜਿੰਨਾ ਇੰਟਰਨਲ ਐਨਰਜੀ ਆਫ ਦਾ ਗੈਸ ਦੀ ਜਿੰਨੀ ਆਪਣੀ ਇੰਟਰਨਲ ਐਨਰਜੀ ਹੋਏਗੀ ਸਿਰਫ ਉਹਦੇ ਕਰਕੇ ਹੀ ਇਨਕਰੀਜ਼ ਹੋ ਰਹੀ ਆ। ਬਟ ਇਫ ਦ ਗੈਸ ਇਜ਼ ਹੀਟਡ ਐਟ ਅ ਕੌਨਸਟੈਂਟ ਪ੍ਰੈਸ਼ਰ, ਇਹਨੂੰ ਤੁਸੀਂ ਸੈਕਿੰਡ ਪੁਆਇੰਟ ਵੀ ਬਣਾ ਸਕਦੇ, ਇਹਨੂੰ ਫਸਟ ਪੁਆਇੰਟ ਬਣਾ ਸਕਦੇ ਹਾਂ। ਕਹਿੰਦੇ ਅਗਰ ਤੁਸੀਂ ਕੌਨਸਟੈਂਟ ਪ੍ਰੈਸ਼ਰ ਦੇ ਨਾਲ ਕਰਦੇ ਆ ਤਾਂ ਗੈਸ ਗੈਸ ਨੇ ਐਕਸਪੈਂਡ ਕਰ ਜਾਣਾ ਅਗੇਂਸਟ ਦਾ ਐਕਸਟਰਨਲ ਪ੍ਰੈਸ਼ਰ। ਸੋ ਡਸ ਸਮ ਐਕਸਟਰਨਲ ਵਰਕ, ਜਿਹਦੀ ਵਜ੍ਹਾ ਨਾਲ ਐਕਸਟਰਨਲ ਵਰਕ ਵੀ ਹੋਏਗਾ। ਸੋ ਅਸੀਂ ਹੁਣੇ ਬੱਚੇ ਆਰਟੀਕਲ ਕਰਕੇ ਹਟੀਆਂ। ਅਸੀਂ ਕੀਤਾ ਸੀ ਜਦੋਂ ਵੋਲੀਅਮ ਕੌਨਸਟੈਂਟ ਸੀ ਤਾਂ DW ਜਿਹੜਾ 0 ਹੋ ਜਾਂਦਾ, ਜਦੋਂ ਪ੍ਰੈਸ਼ਰ ਕੌਨਸਟੈਂਟ ਹੋਏਗਾ DW ਦੀ ਕੋਈ ਨਾ ਕੋਈ ਵੈਲਿਊ ਸੀ। In this case, the supplied heat is used up in increasing the internal energy of the gas। ਇਹਦਾ ਮਤਲਬ ਇਹੀ ਜਿਹੜਾ ਵਰਕ ਡਨ ਹੋਏਗਾ ਇਹ ਕੀ ਕਰੇਗਾ, ਕੰਮ ਕਰੇਗਾ। ਯੂਜ਼ ਕਰਾਂਗੇ, ਕਿੱਥੇ ਯੂਜ਼ ਕਰਾਂਗੇ, ਇੰਟਰਨਲ ਐਨਰਜੀ ਆਫ ਦਾ ਗੈਸ ਨੂੰ ਇਨਕਰੀਜ਼ ਕਰਨ ਦੇ ਵਿੱਚ ਕੰਮ ਕਰੇਗਾ। ਐਂਡ ਇਨ ਡੂਇੰਗ ਸਮ ਐਕਸਟਰਨਲ ਵਰਕ, ਔਰ ਕੁਛ ਬਾਹਰੋਂ ਵੀ ਕੰਮ ਕਰੇਗਾ, ਇੰਟਰਨਲੀ ਵੀ ਕੰਮ ਕਰ ਰਿਹਾ ਤੇ ਐਕਸਟਰਨਲੀ ਵੀ, ਦੋਨੋਂ ਪਾਸਿਓਂ ਕੰਮ ਹੋ ਰਿਹਾ। ਸਿੰਸ ਇੰਟਰਨਲ ਐਨਰਜੀ ਡਿਪੈਂਡ ਓਨਲੀ ਔਨ ਟੈਂਪਰੇਚਰ, ਜਿਹੜੀ ਇੰਟਰਨਲ ਐਨਰਜੀ ਹੁੰਦੀ ਹੈ ਸਿਰਫ ਔਰ ਸਿਰਫ ਟੈਂਪਰੇਚਰ 'ਤੇ ਡਿਪੈਂਡ ਕਰਦੀ ਆ। ਫੋਰ ਦ ਸਮ ਰਾਈਜ਼ ਆਫ ਅ ਟੈਂਪਰੇਚਰ ਦ ਇੰਟਰਨਲ ਐਨਰਜੀ ਆਫ ਦ ਮਾਸ ਆਫ ਦ ਗੈਸ ਵਿਲ ਇਨਕਰੀਜ਼ ਬਾਈ ਸਮ ਅਮਾਊਂਟ ਵੈਦਰ ਦ ਪ੍ਰੈਸ਼ਰ ਔਰ ਅ ਵੋਲੀਅਮ ਰਿਮੇਨਸ ਕੌਨਸਟੈਂਟ। ਜਦ ਕਿ ਪ੍ਰੈਸ਼ਰ 'ਤੇ ਜਿਹੜਾ ਤੁਹਾਡਾ ਵੋਲੀਅਮ ਹੋਏਗਾ ਉਹ ਕੌਨਸਟੈਂਟ ਹੀ ਰਹੇਗਾ। ਸੋ ਇਨਕਰੀਜ਼ ਹੋ ਰਹੀ ਆ ਚੀਜ਼, ਤਾਂ ਦੇਖ ਲਓ ਸਮ ਰਾਈਜ਼ ਇਨ ਟੈਂਪਰੇਚਰ ਦ ਇੰਟਰਨਲ ਐਨਰਜੀ ਆਫ ਦ ਮਾਸ ਆਫ ਦ ਗੈਸ ਕੀ ਹੋ ਜੂਗੀ, ਇਨਕਰੀਜ਼ ਹੋ ਜੂਗੀ। ਬਟ ਸਿੰਸ ਐਕਸਟਰਨਲ ਵਰਕ ਇਜ਼ ਅਡੀਸ਼ਨਲ, ਸੋ ਕਿਉਂਕਿ ਐਕਸਟਰਨਲ ਵਰਕ ਕੀ ਹੈ, ਇੱਥੇ ਇੱਕ ਐਕਸਟਰਾ ਕੰਮ ਹੋ ਰਿਹਾ ਆ। ਪਹਿਲੇ ਕੇਸ ਦੇ ਵਿੱਚ ਕੀ ਹੋ ਰਿਹਾ ਸੀ ਬੱਚੇ, ਜਦੋਂ ਵੋਲੀਅਮ ਕੌਨਸਟੈਂਟ ਅਸੀਂ ਕੀਤਾ ਸੀ ਐਨਰਜੀ ਇਨਕਰੀਜ਼ ਹੋ ਰਹੀ ਸੀ, ਬਟ ਸਿਰਫ ਇੰਟਰਨਲ ਜਿਹੜਾ ਕੰਮ ਹੋ ਰਿਹਾ ਸੀ, ਇੰਟਰਨਲ ਐਨਰਜੀ ਆਫ ਦਾ ਗੈਸ ਸੀ, ਉਹਦੀ ਵਜ੍ਹਾ ਨਾਲ ਇਨਕਰੀਜ਼ ਹੋ ਰਿਹਾ ਸੀ। ਜਦੋਂ ਅਸੀਂ ਪ੍ਰੈਸ਼ਰ ਕੌਨਸਟੈਂਟ ਲਿੱਤਾ, ਇੰਟਰਨਲੀ ਵੀ ਕੰਮ ਹੋ ਰਿਹਾ ਤੇ
ਵਿਦ ਐਕਸਟਰਨਲ, ਦੋ ਕੰਮ ਹੋ ਰਿਹਾ, ਇੰਟਰਨਲ ਵੀ ਤੇ ਐਕਸਟਰਨਲ ਵੀ। ਸੋ ਐਡੀਸ਼ਨ ਹੋ ਰਹੀ ਆ ਕਿਸੇ ਨਾ ਕਿਸੇ ਕੰਮ ਦੀ ਐਟ ਕੌਨਸਟੈਂਟ ਪ੍ਰੈਸ਼ਰ ਦੇ ਉੱਪਰ, ਦੈਨ ਐਟ ਕੌਨਸਟੈਂਟ ਵੋਲੀਅਮ। ਠੀਕ ਹੈ ਜੀ। ਸੋ ਵੋਲੀਅਮ ਟੂ ਪ੍ਰੋਡਿਊਸ ਸਮ ਰਾਈਜ਼ ਇਨ ਟੈਂਪਰੇਚਰ ਆਫ ਦ ਗੈਸ, ਇਹਦਾ ਮਤਲਬ ਡੈਫੀਨੇਟਲੀ CP ਵਿੱਚ ਬੱਚੇ ਦੋਨੋਂ ਕੰਮ ਹੋ ਰਹੇ, ਐਕਸਟਰਨਲ ਵੀ ਤੇ ਇੰਟਰਨਲ ਵੀ, ਜਿਹਦੀ ਵਜ੍ਹਾ ਨਾਲ ਡੈਫੀਨੇਟਲੀ ਇਹਦੀ ਜਿਹੜੀ ਕਪੈਸਿਟੀ ਆ ਉਹ ਗ੍ਰੇਟਰ ਹੋਏਗੀ ਦੈਨ CV ਨਾਲੋਂ। ਕਲੀਅਰ ਹੋ ਗਿਆ ਰਾਜੇ? ਜਾਂ ਮੋਟਾ ਮੋਟਾ ਦੇਖਣਾ ਹੋਵੇ ਤਾਂ ਸਿੱਧਾ ਲਿਖ ਸਕਦੇ ਹਾਂ, CP ਦੇ ਵਿੱਚ ਕੀ ਆ, ਨੋ ਐਕਸਟਰਨਲ ਵਰਕ ਡਨ ਲਿਖ ਦਿਓ, ਕੋਈ ਐਕਸਟਰਨਲ ਵਰਕ ਡਨ ਨਹੀਂ ਆ, ਸਿਰਫ ਇੰਟਰਨਲ ਵਰਕ ਡਨ ਆ। ਤੇ CP ਦੇ ਵਿੱਚ ਕੀ ਸੀ, ਇੰਟਰਨਲ ਵਰਕ ਡਨ ਵੀ ਹੋ ਰਿਹਾ ਪਲੱਸ ਐਕਸਟਰਨਲ ਵਰਕ ਡਨ ਵੀ ਹੋ ਰਿਹਾ। ਜੇ ਦੋ ਕੰਮ ਹੋ ਰਹੇ ਆ ਤਾਂ ਡੈਫੀਨੇਟਲੀ ਉਹਦੇ ਨਾਲੋਂ ਉਹਦੀ ਜਿਹੜੀ ਕਪੈਸਿਟੀ ਹੋਏਗੀ ਉਹ ਗ੍ਰੇਟਰ ਹੋਏਗੀ, ਕਿਹਦੀ, CP ਦੀ। ਕਲੀਅਰ ਹੋ ਗਿਆ ਜੀ। ਸੋ ਪੁਆਇੰਟਸ ਬਣਾ ਕੇ ਲਰਨ ਕਰ ਲੈਣਾ ਤਾਂ ਜ਼ਿਆਦਾ ਬੈਟਰ ਹੈ, ਈਜ਼ੀਲੀ ਲਰਨ ਹੋ ਜਾਏਗਾ, ਇੰਪੋਰਟੈਂਟ ਕੁਐਸਚਨ ਹੈ। ਆਈ ਥਿੰਕ ਤੁਹਾਨੂੰ ਅੱਛੀ ਤਰੀਕੇ ਨਾਲ ਬੱਚੇ ਲਰਨ ਹੁਣੇ ਹੋ ਗਿਆ ਹੋਣਾ ਕਿ ਵਾਈ CP ਇਜ਼ ਗ੍ਰੇਟਰ ਦੈਨ CV, ਕਿਉਂਕਿ CV ਵਿੱਚ ਸਿਰਫ ਇੰਟਰਨਲ ਹੀ ਕੰਮ ਹੁੰਦਾ ਤੇ CP ਦੇ ਵਿੱਚ ਇੰਟਰਨਲ ਪਲੱਸ ਐਕਸਟਰਨਲ ਦੋਨੋਂ ਕੰਮ ਹੁੰਦੇ ਆ। ਕਲੀਅਰ ਹੋ ਗਿਆ ਜੀ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਬੱਚੇ ਅਸੀਂ ਇੰਨਾ ਹੀ ਕਰਾਂਗੇ, ਇਹਦੀਆਂ ਡੈਫੀਨੇਸ਼ਨਸ, ਰਿਲੇਸ਼ਨਸ਼ਿਪ ਬਿਟਵੀਨ CP ਐਂਡ CV, ਜਿਹਨੂੰ ਕਿ ਮੇਅਰਸ ਰਿਲੇਸ਼ਨ ਵੀ ਬੋਲ ਦਿੰਦੇ ਆ, ਐਂਡ ਲਾਸਟ ਕੁਐਸਚਨ ਸੀ ਸਾਡਾ ਵਾਈ CP ਇਜ਼ ਗ੍ਰੇਟਰ ਦੈਨ CV। ਡਨ। ਜੇ ਤੁਹਾਨੂੰ ਲੈਕਚਰ ਬੱਚੇ ਅੱਛੀ ਤਰੀਕੇ ਨਾਲ ਕਲੀਅਰ ਹੋ ਗਿਆ ਹੋਵੇ ਤਾਂ ਲਾਈਕ ਬਟਨ ਜ਼ਰੂਰ ਪ੍ਰੈਸ ਕਰ ਦਿਆ ਕਰੋ, ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ, ਔਰ ਅਗਰ ਮੇਰੇ ਚੈਨਲ 'ਤੇ ਫਸਟ ਟਾਈਮ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ ਸੋ ਮਚ।